ਸੰਮੀ ਦੀ ਵਾਰ ਨਜਮ ਹੁਸੈਨ ਸਈਦ ਦਾ ਲਿਖਿਆ ਖਿਆਲ ਹੈ। ਇਹਦੇ ਬਾਰੇ ਕੁਝ ਥੋੜ੍ਹੀ ਬਹੁਤ ਜੋ ਸਮਝ ਬਣੀ ਉਹ ਸਾਂਝੀ ਕਰਨੇ ਆ। ਸੰਮੀ ਦਾ ਗਾਵਣ ਨਿੱਕੇ ਹੁੰਦਿਆਂ ਢੋਲਕੀ 'ਤੇ ਗਾਉਂਦਿਆਂ ਸੁਣਿਆ ਮਾਸੀਆਂ ਮਾਮੀਆਂ ਨੂੰ। ਇੰਜ ਲੱਗਣਾ ਜਿਵੇਂ ਸੰਮੀ ਨਾਂ ਏ ਕਿਸੇ ਕੁੜੀ ਦਾ, ਉਹ ਅੱਜ ਢੋਲਕੀ 'ਤੇ ਆਈ ਨਹੀਂ ਅਤੇ ਇਹ ਹੁਣ ਉਹਦੀ ਵਾਰੀ ਦਾ ਗਾਉਣ ਪਈਆਂ ਗਾਉਂਦੀਆਂ ਨੇ। ਸੰਮੀ ਮੇਰੀ ਵਾਰ ਮੈਂ ਵਾਰੀ, ਮੈਂ ਵਾਰੀਆਂ ਨੀ ਸੰਮੀ ਏ। ਸੰਮੀ ਦੀ ਵਾਰ ਖਿਆਲ ਵੇਖਿਆ ਤਾਂ ਜਾਪਿਆ ਜਿਵੇਂ ਪੁਰਾਣਾ ਸੁਣਿਆ ਗਾਵਣ ਅੱਜ ਮੁੜ ਮਿਲਣ ਆਇਆ ਏ ਸਾਨੂੰ, ਜੋ ਪੁਰਾਣੇ ਭੁਲੇਖੇ ਮੁੱਕਣ। ਸੰਮੀ ਕੁੜੀ ਸਮਝੋ ਜਾਂ ਜੰਡੀ ਦਾ ਪੁਰਾਣਾ ਨਾਂ, ਇੱਕੋ ਗੱਲ ਹੀ ਏ। ਜੰਡੀ ਉਹ ਰੁੱਖ ਸੀ ਜਿਸ ਦੀ ਟਾਹਣੀ 'ਤੇ ਟਾਹਣੀ ਰਗੜ ਕੇ ਅੱਗ ਬਾਲੀ ਜਾਂਦੀ ਸੀ। ਅਜਬ ਰੁੱਖ ਏ, ਹਰਾ ਹੁੰਦਿਆਂ ਵੀ ਇਸ ਅੰਦਰ ਅੱਗ ਬਾਲਣ ਦੀ ਸੱਤਿਆ ਹੈ। ਰੁੱਖ ਵਿੱਚ ਪਾਣੀ ਤਾਂ ਹੁੰਦਾ ਹੀ ਏ ਅਤੇ ਜਦ ਸੁੱਕ ਜਾਵੇ ਬਾਲਣ ਬਣ ਬਲਦਾ ਏ, ਪਰ ਹਰੇ ਰੁੱਖ ਵਿੱਚੋਂ ਅੱਗ ਦਾ ਨਿਕਲਣਾ ਅਚੰਭਾ ਹੀ ਏ। ਸੋ ਪੂਰਾ ਰਾਸ ਪੜ੍ਹਿਆ ਸੰਮੀ ਦੀ ਵਾਰ, ਯਾਨੀ ਸੰਮੀ ਦੀ ਤਾਰੀਖ ਜਾਣਨ ਕੀਤੇ। ਗਾਵਣ ਤਾਂ ਆਖਦਾ ਏ ਸੰਮੀ ਮੇਰੀ ਵਾਰ ਏ, ਤਾਰੀਖ ਨੂੰ ਵਾਰ ਆਖਨੇ ਆ ਅਸੀਂ। ਮੈਂ ਵਾਰੀ ਤੇ ਕੁਰਬਾਨ ਹਾਂ ਸੰਮੀ ਤੋਂ, ਜਿਸ ਮੇਰੀ ਵਰਿਆਂ ਦੀ ਵਾਰ ਸਾਂਭੀ। ਕੁੜੀਆਂ ਦਾ ਸੰਮੀ ਨਾਲ ਕੀ ਲਾਗ ਏ, ਸੰਮੀ ਤਾਂ ਰੁੱਖ ਏ ਤੇ ਕੁੜੀਆਂ ਜਿਉਂਦੇ ਜੀ ਕਿਉਂ ਚਿਤਾਰਦੀਆਂ ਨੇ ਸੰਮੀ ਨੂੰ। ਕੀ ਗੁੱਝਾ ਸੰਬੰਧ ਏ ਇਹਨਾਂ ਦਾ ਆਪਸੀ, ਖਿਆਲ ਪੜ੍ਹਿਆਂ ਵਿਚਾਰਿਆਂ ਹੀ ਕੋਈ ਸਿਰਾ ਹੱਥ ਆਪਸੀ। 60-62 ਵਰਿਆਂ ਦਾ ਇੱਕ ਫਕੀਰ ਹੈ ਅਤੇ 19-20 ਵਰਿਆਂ ਦੀ ਮੁੰਨੀ ਹੈ। ਉਹਨਾਂ ਦੀ ਗੱਲਬਾਤ ਹੀ ਹੈ ਸਾਰਾ ਖਿਆਲ। ਮੁੰਨੀ ਦੀਆਂ ਪੁੱਛਾਂ ਦੇ ਵਲਦੇ ਦੇਂਦਾ ਬਾਬਾ ਅਤੇ ਬਾਬੇ ਦੇ ਸੁਪਨਿਆਂ ਦੀ ਅਤੇ ਉਹਦੇ ਡਰ ਦੀ ਪੜਚੋਲ ਕਰਦੀ ਮੁੰਨੀ। ਇੱਕ ਪਲ ਲਈ ਵੀ ਨੀਝ ਹਟਣ ਨਹੀਂ ਦਿੰਦੀ। 1920 ਦਾ ਵਾਰਾ ਹੈ। ਮੁੰਨੀ ਫਕੀਰ ਲਈ ਰੋਟੀ ਲਿਆਈ ਏ, ਪਰ ਉਹ ਕੁਝ ਢਿੱਲਾ ਮੱਠਾ ਦਿਸਦਾ ਏ। ਮੁੰਨੀ ਦੇ ਪੁੱਛਣ 'ਤੇ ਆਪਣਾ ਸੁਪਨਾ ਸੁਣਾਉਂਦਾ ਏ। ਤੀਜੀ ਰਾਤ ਏ ਅੱਜ, ਸੁਪਨਾ ਪਿਆ ਵੇਨਾ, ਰੋਜ਼ ਸਾਜਰੇ ਜਿੱਥੇ ਧੂਈ ਮੇਲਣਾ, ਉੱਥੇ ਗੱਡਿਆ ਖਲਾ ਹਾਂ ਸੁੱਕਾ ਜੰਡ ਬਣ ਕੇ। ਹਲ ਜੁਲ ਕੋਈ ਨਹੀਂ ਸਕਦਾ। ਮੁੰਨੀ ਧੂਣੀ ਦੀ ਦੋਤਰੀ ਆਈ ਏ, ਆਪ ਧੂਈ ਜਗਾਈਓਸ, ਆਪਣੀ ਘਿਨ ਗਈ ਏ, ਮਸਮੀਜ ਗਈ ਏ ਰਾਂਦੀ। ਮੈਂ ਹਲਾਂ 'ਤੇ ਮੇਲ ਜਗਾਵਾਂ, ਹਲ ਮੈਂ ਸਕਦਾ ਕੋਈ ਨਹੀਂ। ਤੀਲੀ ਵਾਲੀਆਂ ਡੱਬੀਆਂ ਟੁਰਨ ਤੋਂ ਪਹਿਲੋਂ ਦੇ ਵਾਰੇ ਦੀ ਗੱਲ ਏ, ਜਦੋਂ ਪਿੰਡਾਂ ਦੇ ਲਾਗੇ ਬੇਲਿਆਂ ਵਿੱਚ ਫਕੀਰਾਂ ਧੂਈ ਜਗਾਉਣ ਦਾ ਕੰਮ ਕਰਨਾ। ਜੰਡੀ ਦੀ ਟਾਹਣੀ ਨਾਲ ਟਾਹਣੀ ਰਗੜ ਚੰਗਿਆਰੀ ਨਿਕਲਣੀ ਅਤੇ ਉਸ ਦੀ ਸਾਂਭ ਕਰ ਉਸ ਨੂੰ ਮੇਲੀ ਰੱਖਣਾ। ਇੱਥੋਂ ਤੰਦੂਰਾਂ ਭੱਠੀਆਂ ਵਾਲਿਆਂ ਨੇ ਅੱਗ ਲੈ ਕੇ ਜਾਣੀ ਅਤੇ ਅਗਾਂਹ ਘਰਾਂ ਵਾਲੀਆਂ ਨੂੰ ਅਤੇ ਹੁੱਕੇ ਵਾਲਿਆਂ ਨੇ ਸਾਂਝ ਪਾਣੀ। ਇਹ ਫਕੀਰ ਵੀ ਲਾਜ਼ਮ ਅੰਗ ਆਹੇ ਪਿੰਡਾਂ ਦਾ। ਸੋ ਖਾਵਣ ਪੀਵਣ ਕੱਪੜਾ ਅਤੇ ਹੋਰ ਲੋੜਾਂ ਪਿੰਡ ਵਾਲਿਆਂ ਪੂਰੀਆਂ ਕਰਨੀਆਂ। ਇਹ ਧੂਈਂਦਾਰ ਫਕੀਰ ਅਖਵੇਂਦੇ ਸਨ। ਖਿਆਲ ਵਿੱਚ ਫਕੀਰ ਉਮਰ ਹੰਢਾ ਬੈਠਾ ਏ, ਪਰ ਮੁੰਨੀ ਅਜੇ ਜੀਵਨ ਦੇ ਰੰਗ ਨਵੇਂ ਪਈ ਕਰੀਂਦੀ ਏ। ਫਕੀਰ ਨੂੰ ਆਪਣਾ ਅਖੀਰ ਪਿਆ ਦਿਸਦਾ ਏ ਸੁਪਨਿਆਂ ਵਿੱਚ। ਉਸ ਦੇ ਜੀਵਨ ਦਾ ਵੀ ਅਖੀਰ ਏ ਅਤੇ ਕੰਮ ਦਾ ਵੀ। ਪਰ ਮੁੰਨੀ ਲਈ ਇਹ ਕੋਈ ਓਪਰੀ ਗੱਲ ਨਹੀਂ ਜੋ ਹਰ ਘਰ ਵਿੱਚ ਤੀਲੀ ਵਾਲੀ ਡੱਬੀ ਹੋਵੇ।
ਫਕੀਰ ਨੇ ਸਾਂਝ ਵਾਰਾ ਵੇਖਿਆ ਹੰਡਾਇਆ ਏ, ਉਸ ਲਈ ਅੱਗ ਨਿਰੀ ਅੱਗ ਨਹੀਂ, ਸਾਂਝ ਦਾ ਨਿਸ਼ਾਨ ਹੈ। ਉਹ ਆਖਦਾ ਏ ਫਕੀਰ, ਘਰ ਲੂ ਦੇਸੀ ਅੱਗ ਡੱਬੀਆਂ ਦੀ। ਮੁੰਨੀ, ਕਿਉਂ? ਆਪੋ ਆਪਣੀ ਡੱਬੀ, ਜਿਹੜਾ ਚਾਹੇ ਜਿਸ ਵੇਲੇ ਬਾਲੇ। ਫਕੀਰ, ਹੱਥੀਂ ਮੇਲ ਕੇ ਵੰਡੋ, ਤੂੰ ਹੀ ਉਹ ਏ। ਮੁੰਨੀ, ਤੂੰ ਫਿਕਰ ਨਾ ਕਰ, ਤੈਨੂੰ ਟੁੱਕਰ ਜੁੜਸੀ ਪਿਆ। ਫਕੀਰ, ਸਾਂਝੀ ਅੱਗ ਤੇ ਪੱਕੇ ਟੁੱਕਰ ਉਹਾ ਪਚਦਾ ਏ। ਮੁੰਨੀ, ਭੋਏ ਭਾਂਡਾ ਆਪੋ ਆਪਣਾ ਏ, ਚੁੱਲ੍ਹ ਚੌਂਕੜਾ ਆਪੋ ਆਪਣਾ। ਕਈਆਂ ਦੇ ਕੋਠੇ ਭਰੇ ਰਹਿੰਦੇ ਨੇ, ਕਈਆਂ ਨੂੰ ਬੁਰਕੀ ਨਹੀਂ ਜੁੜਦੀ। ਕਿਹਨੂੰ ਪਕੇਂਦੀ ਏ ਅੱਗ ਤੇਂਡੀ ਸਾਂਝੀ, ਕਿਹਨੂੰ ਸੜੇਂਦੀ ਏ। ਫਕੀਰ, ਕਿਧਰੇ ਰਹਿ ਵੰਜੇ ਨਾ ਵੀ ਸਾਂਝ ਦਾ ਮੁੰਨੀ, ਵੇਲ ਹੋਵੇ ਤਾਂ ਵੱਧ ਵੀ ਸਕਦੀ ਹੈ। ਮੁੰਨੀ ਦੀ ਸਮਝ ਸੋਚ ਉਸ ਵਸੇਬ ਵਿੱਚੋਂ ਬਣੀ ਹੈ ਜੋ ਉਸ ਵੇਖਿਆ ਹੈ। ਫਕੀਰ ਜੋ ਗੱਲ ਕਰਦਾ ਏ ਉਹ ਮੁੰਨੀ ਨੂੰ ਵਾਰੇ ਨਹੀਂ। ਮੁੰਨੀ ਤਾਂ ਇਹੀ ਵੇਖਿਆ ਜੋ ਸਭ ਵੱਖੋ ਵੱਖ ਹੈ। ਕਿਸੇ ਰੱਜੇ ਨੂੰ ਭੁੱਖੇ ਦੀ ਚਿੰਤਾ ਨਹੀਂ, ਹਰ ਇੱਕ ਨੂੰ ਆਪਣਾ ਘਰ ਭਰਨ ਦੀ ਸੌੜ ਏ। ਜ਼ਮੀਨ ਦੇ ਨਿੱਕੇ ਜਿੰਨੇ ਟੋਟੇ ਲਈ ਭਰਾ ਭਰਾ ਦਾ ਗਾਟਾ ਲਾਵਣ ਨੂੰ ਤਿਆਰ ਹੈ। ਫਕੀਰ ਲਈ ਇਤਨਾ ਹੀ ਬਥੇਰਾ ਸੀ ਜੋ ਸਭ ਅੰਜੋ ਅੰਜ ਹੋ ਕੇ ਵੀ ਅੱਗ ਦੀ ਸਾਂਝ ਤਾਂ ਹੈ ਨਾ ਅਜੇ। ਇੱਕ ਦੂਜੇ ਨਾਲ ਮਿਲਣ ਦਾ ਕੋਈ ਬਹਾਨਾ ਹੀ ਸਹੀ। ਪਰ ਤੀਲੀ ਵਾਲੀ ਡੱਬੀ ਦੇ ਘਰ ਘਰ ਹੋਵਣ ਨਾਲ ਦੂਰੀ ਹੋਰ ਵੱਧ ਸੀ। ਪਰ ਅੱਗ ਤਾਂ ਹੁਣ ਵੈਰ ਖਾਰ ਤੇ ਮੱਲਣ ਖੱਸਣ ਦੀ ਹਰ ਜੀਅ ਦੇ ਅੰਦਰ ਬਲ ਪਈ ਹੈ। ਸਾਂਝੀ ਅੱਗ ਤਾਂ ਉਸ ਵਾਰੇ ਸੀ ਜਦ ਉਪਜਾਵਨ, ਖਾਵਨ, ਪਾਵਨ, ਹੰਡਾਵਨ ਵੀ ਸਾਂਝਾ ਸੀ। ਮੁੰਨੀ ਫਕੀਰ ਦੀ ਪਿਛਲੀ ਕਹਾਣੀ ਦੀ ਜਾਣੂ ਹੈ, ਜੋ ਉਹਦੀ ਨਾਨੀ ਦੀ ਭੈਣ ਧੂਣੀ ਨਾਲ ਇਸ਼ਕ ਸੀ ਫਕੀਰ ਦਾ, ਪਰ ਵਿਆਹ ਨਾ ਕੀਤਾ ਦੋਹਾਂ। ਤੇ ਉਹ ਫਕੀਰ ਨੂੰ ਟੋਕ ਕਰੇਂਦੀ ਏ ਕਿ ਜਦੋਂ ਆਪਣੀ ਵੇਲ ਤੂੰ ਨਹੀਂ ਵਧਾਈ ਤਾਂ ਹੁਣ ਕਿਸ ਤੋਂ ਡਰਨਾ ਏ ਪਿਆ। ਰੋਟੀ ਟੁੱਕਰ ਦੀ ਫਿਕਰ ਏ ਤੈਨੂੰ ਤੇ ਉਹ ਪਿਆ ਲੱਭਸੀ। ਮੁੰਨੀ ਦੀ ਇਹ ਟੋਕ ਫਕੀਰ ਨੂੰ ਆਪਣਾ ਲੰਘਿਆ ਵੇਲਾ ਚੇਤੇ ਕਰਾਉਂਦੀ ਏ। ਜਦ ਫਕੀਰ ਤੇ ਮੁੰਨੀ ਦੀ ਨਾਨੀ ਦੀ ਭੈਣ ਧੂਣੀ ਦੋਏ ਬਾਲ ਆਹੇ, ਰਲ ਖੇਡੇ ਖੇਡਾਂ ਬਾਲਾਂ ਵਾਲੀਆਂ, ਮੁੜ ਜਵਾਨ ਹੋਏ ਤੇ ਫਕੀਰ ਪਿਓ ਦਾ ਕੰਮ ਸਾਂਭਿਆ, ਧੂਣੀ ਮਾਂ ਦਾ। ਰੋਜ਼ ਮਿਲਣਾ, ਰਲ ਖਾਉਣਾ, ਮਨ ਪਰਚਾਉਣਾ, ਵਿਹਾਰ ਦੇ ਚਲਾਏ ਕਾਨੂੰਨ ਭੰਨਣ ਦੀ ਸਕਤ ਮਾੜਿਆਂ ਵਿੱਚ ਕਿੱਥੇ। ਸੋ ਦੋਏ ਵਿਆਹ ਨਾ ਕਰ ਸਕੇ। ਜ਼ਾਤ ਦਾ ਵਖਰੇਵਾਂ, ਇਹ ਫਕੀਰ ਉਹ ਜੀਵਰ ਕਿਵੇਂ ਰਲ ਵਸਦੇ। ਸੋ ਵਿਆਹ ਨਾ ਕੀਤਾ ਦੋਹਾਂ। ਮੁੰਨੀ ਦੀਆਂ ਗੱਲਾਂ ਤੋਂ ਸਹੀ ਹੁੰਦਾ ਏ ਜੋ ਧੂਣੀ ਨੂੰ ਕਿਤਨੀ ਸਮਝ ਆਹੀ ਵੰਡਾਂ ਪਾੜਾਂ ਤੇ ਨਖੇੜਾਂ ਦੀ। ਮੁੰਨੀ, ਆਦੀ ਹਈ ਫਕੀਰ ਫੁਕੀਰ ਨੇ ਅਸਲੂ, ਦਮ ਫੂਕ ਕੇ ਧੂਈ ਤੁਖਾਵਣ ਵਾਲੇ। ਪਿੱਛੋਂ ਹਿੱਕ ਆਹੇ ਜੀਵਰ ਫੁਕੀਰ ਦੋਏ, ਵਧੋ ਵਧੀ ਵਿੱਚ ਦੋ ਥੀ ਗਏ। ਵੰਡੀਆਂ ਪਈਆਂ, ਪੁੱਤਰ ਆਪਣਾ ਧਨ ਥੀਏ ਤੇ ਧੀਆਂ ਧਨ ਪਰਾਇਆ। ਧਨ ਕਿੱਥਾਂ ਲੈਣਾ ਏ, ਕਿੱਥੇ ਦੇਣਾ ਏ, ਐਸ ਹਿਸਾਬ ਦਾ ਨਾਂ ਰੀਤ ਏ। ਸਾਡੇ ਕਿਸ ਕੰਮ ਰੀਤ, ਅਸਾਂ ਲੈਣਾ ਨਾ ਦੇਣਾ। ਵੇਖੋ ਧੂਣੀ ਕਿਵੇਂ ਨਿੱਕੀ ਬਾਲੜੀ ਅੰਦਰ ਇਕਾਈ ਦਾ ਬੀਂ ਪਾਇਆ ਏ ਸਹਿਜੇ। ਮੁੰਨੀ ਜੋ ਵੇਖਿਆ ਵੱਖ ਵੱਖ ਕੰਮ, ਕਸਬ, ਜ਼ਾਤਾਂ
ਧੂਣੀ ਉਸ ਨੂੰ ਹਿੱਕ ਕਰ ਦਸਾਇਆ ਏ ਸਾਰਾ। ਵਿਹਾਰ ਵੰਡ ਸਿਰ ਖਲੋਤਾ ਏ, ਜ਼ਾਤਾਂ, ਧਰਮਾਂ, ਮੇਲਾਂ, ਕਸਬਾਂ ਅਤੇ ਹੋਰ ਇਹੋ ਜਿਹੀਆਂ ਕਈ ਵੰਡਾਂ ਸਿਰ। ਵਿਹਾਰ ਨੇ ਹੀ ਧੀ ਪੁੱਤਰ ਦੀ ਵੰਡ ਕੀਤੀ ਏ। ਜਿਸ ਨੂੰ ਵਿਆਹ ਕੇ ਕੋਲ ਰੱਖਿਆ ਉਸ ਨੂੰ ਆਪਣਾ ਜਾਤਾ, ਜਿਸ ਨੂੰ ਵਿਆਹ ਕੇ ਅਗਲੇ ਘਰ ਘੱਲਿਆ ਉਸ ਨੂੰ ਪਰਾਇਆ। ਇੱਕ ਮਾਂ ਦੇ ਢਿੱਡੋਂ ਜੰਮੇ ਕਿਵੇਂ ਵੱਖ ਕੀਤੇ ਧਨ ਦੇ ਜ਼ੋਰ ਨੇ। ਧੂਣੀ ਨਾ ਵਿਆਹ ਕੀਤਾ, ਨਾ ਧੀ ਪੁੱਤਰ ਜੰਮਿਆ, ਨਾ ਇਸ ਰੀਤ ਰਸਮ ਵਿੱਚ ਪਈ। ਫਕੀਰ ਨਾਲ ਵਿਆਹ ਹੋ ਨਹੀਂ ਸੀ ਸਕਦਾ ਅਤੇ ਵਿਹਾਰੀ ਵਿਆਹ ਉਹ ਕਰਨਾ ਨਹੀਂ ਸੀ ਚਾਹੁੰਦੀ। ਕਿਤਨਾ ਪੱਕ ਸੀ ਉਸ ਨੂੰ ਆਪਣੇ 'ਤੇ, ਜੋ ਉਸ ਬਾਰੇ ਹੀਣੀ ਨਿਮਾਣੀ ਜ਼ਾਤ ਦੀ ਹੋ ਕੇ ਵੀ ਉਸ ਕੀਤੀ ਆਪਣੀ ਮਨਮਰਜ਼ੀ। ਫਕੀਰ ਜੋ ਜ਼ਾਤ ਦਾ ਰੌਲਾ ਬਣਾ ਸੁਣਾਇਆ ਏ ਮੁੰਨੀ ਨੂੰ, ਉਹ ਵੇਖੋ। ਫਕੀਰ ਜੀਵਰੀ ਨਹੀਂ ਕਰ ਸਕਦਾ, ਜੀਵਰ ਫਕੀਰ ਨਹੀਂ ਕਰ ਸਕਦਾ ਏ। ਰੀਤ ਹੋਈ, ਰੀਤ ਮੌਤ ਨੂੰ ਕਿਹੜਾ ਟਾਲੇ ਮੁੰਨੀ। ਮੁੰਨੀ ਧੂਣੀ ਦੀ ਗੱਲ ਸੁਣਾ ਕੇ ਫਕੀਰ ਦਾ ਅਸਲਾ ਵੀ ਖੋਲ੍ਹ ਵਿਖਾਇਆ ਏ, ਜਿਸ ਵੱਲੋਂ ਉਹ ਅੱਖੀਆਂ ਮੀਟੀ ਬੈਠਾ ਏ। ਧੂਣੀ ਤਾਂ ਆਪਣੇ ਇਸ਼ਕ ਵਿੱਚ ਪੱਕੀ ਸੀ। ਉਸ ਨੂੰ ਸਾਰਾ ਸ਼ਰੀਕਾ ਤਾਨੇ ਦਿੰਦਾ। ਧੂਣੀ ਫਕੀਰ ਦੀ ਆਖਦਾ। ਉਸ ਕਦੀ ਪਰਵਾਹ ਨਾ ਕੀਤੀ, ਪਰ ਫਕੀਰ ਰੀਤ ਭੰਨਣ ਮੌਤ ਬਰਾਬਰ ਸਮਝਦਾ ਏ। ਸੋ ਉਸ ਦੇ ਡਰ ਉਸ ਨੂੰ ਹਮੇਸ਼ ਬੰਨੀ ਰੱਖਿਆ। ਹੁਣ ਫਕੀਰ ਰੀਤ ਨੂੰ ਛੱਡ ਕੇ ਵਿਆਹ ਦੇ ਖਿਲਾਫ ਬੋਲਣ ਲੱਗਦਾ ਏ। ਫਕੀਰ ਟੁੱਕਰ ਉਹ ਸਾੜਨਾ ਦੋ ਵੇਲੇ, ਦੋਹਾਂ ਬਹਿ ਖਾਵਣਾ। ਇੱਕ ਗੱਲ ਆਹੀ ਦੋਹਾਂ ਦੀ, ਮਰਜ਼ੀ ਉਹਦੀ ਸੋ ਮਹਿੰਦੀ। ਚੰਗਾ ਥੀਆ ਵਿਵਾਹ ਨਾ ਹੋਇਆ, ਦੋ ਨੂੰ ਹਿੱਕ ਨਹੀਂ ਕਰੇਂਦਾ, ਹਿੱਕ ਨੂੰ ਦੋ ਕਰ ਦਿੰਦਾ ਏ। ਮਹਿੰਦੀ ਮੰਨੇ ਨਾ ਮੁੰਨੀ, ਵਿਵਾਹ ਦਾ ਤੂੰ ਵੀ ਨਾ ਸੋਚੀ। ਫਕੀਰ ਤੇ ਆਪਣੇ ਅੰਦਰ ਵੀ ਦੂਈ ਏ, ਜੋ ਉਸ ਨੂੰ ਧੂਣੀ ਨਾਲ ਇੱਕ ਹੋਵਣ ਤੋਂ ਵਰਜਦੀ ਏ। ਧੂਣੀ ਕੋਈ ਵਿਹਾਰੀ ਨਾਰ ਨਹੀਂ, ਇੱਕ ਪੱਕੇ ਹੱਠ ਵਾਲਾ ਜੀ ਏ। ਵਿਹਾਰ ਦੇ ਕਾਇਦੇ ਕਾਨੂੰਨ ਨੂੰ ਪੈਰਾਂ ਹੇਠ ਰੱਖਣ ਵਾਲੀ। ਅਤੇ ਫਕੀਰ ਅੰਦਰ ਇਤਨਾ ਜਿਗਰਾ ਹੈ ਨਹੀਂ ਸੀ ਜੋ ਵਿਹਾਰ ਨਾਲ ਟੱਕਰ ਲਵੇ। ਉਹ ਤਾਂ ਆਪਣੀ ਫਕੀਰੀ ਹਸਤੀ ਸਾਂਭੀ ਬੈਠਾ ਏ। ਮੁੰਨੀ ਵਿੱਚ ਧੂਣੀ ਨੂੰ ਖਬਰੇ ਆਪਣਾ ਆਪ ਦਿਸਦਾ ਸਾ। ਮੁੰਨੀ ਵਿੱਚ ਧੂਣੀ ਨੂੰ ਖਬਰੇ ਆਪਣਾ ਆਪ ਦਿਸਦਾ ਹਾ, ਜੋ ਉਸ ਨਾਲ ਗੁੱਝੀਆਂ ਖੁੱਲੀਆਂ ਸਭ ਗੱਲਾਂ ਕਰੇਂਦੀ, ਉਸ ਨੂੰ ਇੱਕ ਇੱਕ ਅੱਖਰ ਦੇ ਅਰਥ ਦੱਸੇਂਦੀ। ਮੁੰਨੀ ਆਵਣ ਵਾਲਾ ਕੱਲ੍ਹ ਏ ਧੂਣੀ ਦਾ, ਅਤੇ ਉਹ ਆਪਣੀ ਸਾਰੀ ਸਮਝ ਸੁਰਤ ਸਹਿਜੇ ਸਹਿਜੇ ਆਪਣੀ ਆਉਂਦੀ ਭਲਕ ਨੂੰ ਦੇ ਗਈ ਏ। ਮੁੰਨੀ ਅਜਬ ਕਹਾਣੀਆਂ ਮੈਨੂੰ ਸੁਣੇਂਦੀ ਹਈ ਹਕੱਲਿਆਂ ਕੋਲ ਬਹਾ ਕੇ। ਤੂੰ ਆਨਾ ਏ ਉਹ ਵਾਹ ਹਈ, ਉਹ ਆਦੀ ਹਈ ਅਸਾਂ ਜੀਵਰ ਨਹੀਂ ਚਹਿਵਰਾਂ, ਚੈ ਆਗੇ ਵਰ ਪਾਣੀ। ਮਾਛੀ ਆਖੋ ਸਾਨੂੰ ਤਾਂ ਮਾਛੀ ਮੱਚ ਵੀ ਹੈ, ਮੱਛੀ ਵੀ, ਮਾਂਝੀ ਵੀ, ਬੇੜੀ ਵੀ, ਬੇੜੀਵਾਨ ਵੀ ਹੈ। ਕਿਵੇਂ ਧੂਣੀ ਅਜੋੜ ਜੀਵਨ ਵਿੱਚ ਜੋੜ ਬਣਾ ਬਣਾ ਮੁੰਨੀ ਨੂੰ ਦਸੇਂਦੀ ਏ, ਅਤੇ ਗੱਲ ਉਹ ਕੱਲੀ ਮੁੰਨੀ ਨਾਲ ਕਰੇਂਦੀ ਏ। ਉਸ ਦੀ ਬਰੀਕ ਅੱਖ ਮੁੰਨੀ ਨੂੰ ਸਿਆਣ ਕੀਤਾ ਏ। ਅੱਗ ਅਤੇ ਪਾਣੀ ਦਾ ਮੇਲ ਮਿਲਾ ਕੇ ਕੀ ਚਿਣਕ ਪਈ ਜਗਾਉਂਦੀ ਏ ਧੂਣੀ ਬਾਲੜੀ ਅੰਦਰ। ਫਕੀਰ ਨੂੰ ਵੀ ਮੁੰਨੀ ਵਿੱਚ ਧੂਣੀ ਦੀ ਝਲਕ ਦਿਸਦੀ ਏ। ਉਹ ਵੀ ਆਪਣੀ ਹਰ ਗੱਲ ਮੁੰਨੀ ਨਾਲ ਕਰੇਂਦਾ ਏ, ਮੁੜ ਮੁੜ ਧੂਣੀ ਨੂੰ ਯਾਦ ਕਰਦਾ ਏ, ਪਰ ਮੁੰਨੀ ਕੋਈ ਵੇਲਾ ਟੋਕ ਕਰਨ ਦਾ ਵਜਾਉਂਦੀ ਨਹੀਂ। ਫਕੀਰ ਲਈ ਫਕੀਰੀ ਮੱਚ ਅਤੇ ਮਾਛੀਆਂ ਦਾ ਭਾਂਬੜ ਵੱਖ ਨੇ। ਐਸੇ ਲਈ
ਇੱਕੋ ਕੰਧੀ 'ਤੇ ਹੁੰਦਿਆਂ ਵੀ ਮਿਲ ਨਾ ਸਕਿਆ ਧੂਣੀ ਨੂੰ। ਮੱਚ ਅੰਦਰ ਨਾ ਮੱਚੇ ਤਾਂ ਬਾਹਰ ਕਿਵੇਂ ਦਿਸੇ, ਕਰਨੀ ਕਿਵੇਂ ਬਣੇ। ਫਕੀਰ ਧੂਈ ਤਾਂ ਜਗਾਉਂਦਾ ਏ, ਪਰ ਉਸ ਦੇ ਆਪਣੇ ਅੰਦਰ ਨਹੀਂ ਜਗਦੀ। ਆਪਣਾ ਅੰਦਰ ਉਸ ਦਾ ਸੀਤ ਮੌਤ ਏ। ਕੰਮ ਨਾਲ ਹਸਤੀ ਦਾ ਸੰਗ ਨਾ ਬਣੇ ਤਾਂ ਉਹ ਕੰਮ ਕੀ ਹੋਇਆ। ਧੂਣੀ ਤੰਦੂਰ ਤਾਉਣਾ, ਪਰ ਉਸ ਦੇ ਆਪਣੇ ਅੰਦਰ ਦਾ ਮੱਚਿਆ ਮੱਚ ਹੋ ਰਹਾ। ਉਹ ਕੁੱਲ ਇਕਾਈ ਦਾ ਉਚਾਣ ਨਿਵਾਣ ਸਵਾਰਾ ਕਰਨ ਦਾ ਮੱਚ ਕੁੱਲ ਜੱਗ 'ਤੇ ਮਚਾਵਣ ਮੰਗਦੀ ਸੀ। ਵਿਹਾਰ ਦੀਆਂ ਬਾਂਧਾਂ ਵਿੱਚੋਂ ਕੁੱਲ ਜੀਆ ਜੂਣ ਨੂੰ ਉਦਾਹਰਨ ਲੋੜੀਂਦੀ ਸੀ। ਧੂਣੀ ਦਾ ਇਹ ਦਸਾਇਆ ਵੇਖੋ, ਕਿਵੇਂ ਜੁਗਾਂ ਦੇ ਪੰਧ ਪਲ ਵਿੱਚ ਕਰਵਾ, ਲੋੜਾਂ ਨੂੰ ਕੰਮ ਬਣਾ ਤੇ ਜਣੇ ਜਣੀ ਦੀ ਵੰਡ ਕਰ ਵਿਖਾਉਂਦਾ ਏ। ਅੱਖ ਵੀ ਨਹੀਂ ਸੂ ਝਪਕਣ ਦਿੱਤੀ ਤੇ ਕੇ ਕੁਝ ਵਿਖਾਲ ਦਿੱਤਾ ਸੋ। ਮੁੰਨੀ ਨਾਨੀ ਧੂਣੀ ਮੈਨੂੰ ਦਸਾਇਆ, ਜਾਣੇ ਚੀਵਰ ਮਾਛੀ ਅਸਾਂ ਮਲਾਹ ਹਾਂ। ਮਲਾਹ ਰਾਤ ਰਹਿਣ ਦਰਿਆ 'ਤੇ, ਮਲਾਹਣਾ ਧੂਈ ਜਗਾਵਣ ਬੇਲਿਆਂ ਅੰਦਰ। ਜੰਡੀ ਦੀ ਟਹਿਣੀ ਅੱਪਰ ਟਹਿਣੀ ਧਰ ਕੇ ਜਿਵੇਂ ਤੂੰ ਜਗੇਨਾ ਏ। ਜੰਡੀ ਦਾ ਨਾਂ ਸੰਮੀ ਹੈ ਉਸ ਬਾਰੇ। ਸੰਮੀ ਵਿੱਚੋਂ ਹੀ ਸ਼ਮਸ ਬਣਿਆ ਸੂਰਜ। ਸੰਮੀ ਵਿੱਚੋਂ ਹੀ ਸ਼ਮਾ ਬਣ ਕੇ ਸ਼ਹਿਰ ਚਲੀ ਗਈ, ਕਿਲੇ ਹਵੇਲੀ ਬਲੀ। ਅੱਗ ਪਾਣੀ ਦਾ ਮੇਲ, ਮਲਾਹ ਮਲਾਣੀ। ਮਲਾਹ ਦੀ ਹੁੱਕੀ ਵਿੱਚ ਪਾਣੀ ਹੋਵੇ ਨਾ ਹੋਵੇ, ਅੱਗ ਤਾਂ ਸਰ ਪਰ ਹੁੰਦੀ ਹੈ। ਜਦੋਂ ਰੇਲਾਂ ਆਈਆਂ, ਬੇੜੇ ਕੰਧੀਆਂ 'ਤੇ ਢਹਿ ਗਏ, ਪੱਤਨ ਵਾਂਦੇ ਥੀ ਗਏ। ਮਾਛੀ ਚਹਿਵਰ ਪਤਨਾਂ ਥੀ ਉੱਠ ਕੇ ਬਸਤੀਆਂ ਅੰਦਰ ਆ ਬੈਠੇ। ਜਣੇ ਪਾਣੀ ਢੋਵਣ ਲੱਗ ਪਏ, ਜਣੀਆਂ ਪੱਠੀ ਤਾਵਣ ਲੱਗੀਆਂ। ਉਸ ਬਾਰੇ ਦੀ ਕਥ ਕੀਤੀ ਏ ਧੂਣੀ, ਜਦ ਕਾਰ ਵਪਾਰ ਦਾ ਇੱਕੋ ਇੱਕ ਰਾਹ ਪਾਣੀ ਹਾ। ਪੱਤਨ ਆਬਾਦ ਸਨ ਤੇ ਮਲਾਵਾਂ ਦਾ ਕੰਮ ਘਣਾ ਹਾ। ਸਵਾਣੀਆਂ ਇਹਨਾਂ ਦੀਆਂ ਬੇਲਿਆਂ ਵਿੱਚ ਧੂਈ ਜਗੇਣੀ। ਜੰਡੀ ਜੋ ਸੰਮੀ ਹੈ, ਉਸ ਸੰਮੀ ਤੂੰ ਜੰਡੀ ਦਾ ਪੰਧ ਤਿਵੇਂ ਹੀ ਕੀਤਾ ਜਿਵੇਂ ਮਲਾਹ ਨੇ ਫਕੀਰ ਹੋਵਣ ਦਾ ਤੇ ਮਲਾਣੀ ਨੇ ਪੱਠੀ ਤਾਵਣ ਦਾ। ਸੰਮੀ ਦਾ ਨਾਂ ਬਦਲਣ ਦੀ ਐਡੀ ਕੀ ਲੋੜ ਪੈ ਗਈ ਸੀ। ਸੰਮੀ ਤਾਂ ਚਾਨਣ ਹੈ, ਨਿੱਘ ਹੈ। ਸੰਮੀ ਬਣੀ ਸਿੱਜ ਸੂਰਜ ਤੋਂ ਤੇ ਫਿਰ ਸ਼ਮਸ। ਪਰ ਸ਼ਹਿਰ ਜਾਵਣ ਲੱਗੀ ਜਦ ਸ਼ਮਾ ਬਣ ਕੇ, ਤਾਂ ਆਪਣਾ ਪਿੱਛਾ ਬਦਲਦੀ ਸੰਮੀ ਨੂੰ ਜੰਡੀ ਕਰਕੇ। ਕਿਲੇ ਹਵੇਲੀ ਵੱਡਿਆਂ ਦੀ ਵੱਸੋਂ ਏ। ਉੱਥੇ ਸ਼ਮਾ ਦਾ ਨਾਂ, ਉੱਥੇ ਸ਼ਮਾ ਦਾਨਾਂ ਵਿੱਚ ਜਗਦੀ ਸ਼ਮਾ ਨੂੰ ਕਦ ਵਾਰੇ ਸੀ ਆਪਣਾ ਜੋੜ ਸੰਮੀ ਨਾਲ। ਸੰਮੀ ਕੋਈ ਨਾਂ ਏ ਭਲਾ। ਸੋ ਸ਼ਮਾ ਦੀਆਂ ਛੁਆਵਾਂ ਪਹਿਲੇ ਆਪਣਾ ਪਿੱਛਾ ਸਾੜਿਆ, ਆਪਣੀਆਂ ਜੜ੍ਹਾਂ ਮੁਕਾਈਆਂ। ਪਰ ਜਿਸ ਆਪਣੇ ਅਸਲ ਨਾਲ ਕੁਸੰਗ ਕੀਤਾ, ਉਸ ਦੇ ਆਪਣੇ ਨਾਲ ਕੀ ਹੋਇਆ। ਬਿਜਲੀ ਨੇ ਆ ਕੇ ਸ਼ਮਾ ਨੂੰ ਦਰਬਾਰਾਂ ਮਿਜ਼ਾਰਾਂ 'ਤੇ ਅਪੜਾ ਦਿੱਤਾ, ਜਾਂ ਸਾਲਗਿਰਾ ਦੇ ਕੇਕ 'ਤੇ। ਹੁਣ ਸ਼ਮਾ ਦਾ ਕੰਮ ਬਲਣ ਨਹੀਂ, ਉਸ ਦਾ ਬੁੱਝਣ ਹੀ ਕੰਮ ਹੈ। ਹੁਣ ਉਹ ਜਦ ਵੀ ਬੁੱਝਦੀ ਏ ਤਾਂ ਤੌੜੀਆਂ ਵੱਜਦੀਆਂ ਨੇ। ਮਿਜ਼ਾਰਾਂ 'ਤੇ ਬਾਲਣ ਵਾਲੇ ਬਾਲ ਕੇ ਟੁਰ ਜਾਂਦੇ ਨੇ, ਉਸ ਨੂੰ ਪਰਤ ਕੇ ਵੇਖਦਾ ਨਹੀਂ ਕੋਈ। ਇਹੀ ਹੋਣਾ ਸੀ ਇਸ ਸ਼ਮਾ ਨਾਲ, ਜਿਸ ਆਪਣਾ ਪਿੱਛਾ ਖੜਾਤਾ। ਜੰਡੀ ਦੇ ਓਲੇ ਲੁਕੀ ਸੰਮੀ ਤਾਂ ਅੱਜ ਵੀ ਜਿਉਂਦੀ ਏ, ਢੋਲਕੀ ਦੀ ਥਾਪ ਨਾਲ ਦਿਲਾਂ ਵਿੱਚ ਜੋਤ ਜਗੇਂਦੀ ਏ। ਵੇਲੇ ਦੇ ਬਦਲਣ ਨਾਲ, ਰੇਲਾਂ ਦੇ ਬਣਨ ਨਾਲ ਪਤਨਾਂ ਦਾ ਕੰਮ ਘਟ ਗਿਆ ਤੇ ਮਲਾਹ ਵੀ ਆ ਰਲੇ ਮਲਾਹਣਾ ਦੇ ਕੰਮ ਨਾਲ। ਮੁੰਨੀ ਚੇਤੇ ਕਰਵਾਇਆ ਫਕੀਰ ਨੂੰ ਉਸ ਦਾ ਪਿੱਛਾ, ਜੋ ਡਰ ਕਿਉਂ ਹੈ ਉਸ ਨੂੰ ਹੁਣ। ਫਕੀਰ
ਤਾਂ ਫਕੀਰ ਦਮ ਫੂਕ ਦੁਖਾਵਣ ਛੱਡ ਗਏ। ਸੇਪੀ ਥੀ ਗਏ ਤੂੰ ਦਾ ਰਖਵਾਏ। ਹਾਂ ਤੂਣੀ ਤੁਧ ਇਹ ਨਾ ਦਸਾਇਆ ਮੈਨੂੰ, ਤੈਂਡੀ ਕਾਰ ਹਈ ਜਿਹਨੂੰ ਕਸਬ ਬਣਾ ਬੈਠਾ ਮੈਂ ਆਪਣਾ, ਤੇ ਕਸਬ ਨੂੰ ਆਪਾ ਜਾਤਾ ਆਪੇ ਦਾ ਵਤ ਮਾਣ। ਜਾਣੇ ਵਸਤੀ ਅੰਦਰ ਜ਼ਿਮੀਂਦਾਰ ਏ, ਬੇਲੇ ਅੰਦਰ ਤੂੰ ਧਾਰ ਏ। ਹੁਣ ਓਹਾ ਪਰਾਇਆ ਆਪਾ ਛੋੜਦਾ ਡਰਨਾ ਤੂਣੀ। ਇਹੀ ਘਾਟ ਏ ਫਕੀਰ ਦੀ, ਜੋ ਆਪਣੇ ਕੰਮ ਦਾ ਹੀ ਪਤਾ ਨਹੀਂ। ਇਹ ਬੇਸੁਰਤੀ ਹੀ ਡਰ ਬਣਦੀ ਏ। ਫਕੀਰ ਤਾਂ ਹੁੰਦਾ ਹੀ ਬੇਮੱਲ ਏ। ਸਖਣਾ ਹੋਵਣ ਹੀ ਤਾਂ ਫਕੀਰ ਹੋਵਣ ਏ। ਪਰ ਫਕੀਰ ਨੇ ਜ਼ਿਮੀਂਦਾਰ ਦੇ ਮੁਕਾਬਲੇ 'ਤੇ ਆਪਣੀ ਹਸਤੀ ਬਣਾ ਲਈ। ਇਹ ਮੁਕਾਬਲਾ ਤੇ ਵਿਹਾਰੀ ਪਛਾਣ ਹੀ ਡਰ ਹੈ ਅੰਦਰ ਦਾ, ਜੋ ਸੁਪਨਾ ਬਣ ਡਰਾਉਂਦਾ ਏ ਪਿਆ। ਫਕੀਰ ਨੂੰ ਆਪਣੇ ਕੰਮ ਦੀ ਅੱਧੀ ਸਮਝ ਏ। ਇਹੀ ਅਧੂਰ ਏ ਜੋ ਜੀਵਨ ਦੇ ਪੂਰੇ ਟੋਰੇ ਦਾ ਅੰਗ ਨਹੀਂ ਬਣਨ ਦਿੰਦਾ। ਕੰਮ ਦਾ ਕਸਬ ਤੇ ਕਸਬ ਦਾ ਹਸਤੀ ਬਣਨ ਪੁਆੜਾ ਏ। ਕੰਮ ਤਾਂ ਹੈ ਲੋੜ ਪੂਰੀ ਕਰਨ ਲਈ, ਪਰ ਜਦ ਉਹੀ ਕੰਮ ਕਸਬ ਬਣ ਲਾਹਾ ਖੱਟਣ ਦਾ ਢੰਗ ਬਣ ਵੰਜੇ ਤਾਂ ਹੌਲੀ ਹੌਲੀ ਪਛਾਣ ਬਣ ਜਾਂਦਾ ਏ। ਵਿਹਾਰੀ ਪਛਾਣ ਦਾ ਜਿੰਨੀ ਚੰਬੜਿਆ ਏ ਫਕੀਰ ਨੂੰ, ਜਿਸ ਦੇ ਜੱਫੇ ਤੋਂ ਆਜ਼ਾਦ ਨਾ ਹੋ ਸਕਿਆ ਸਾਰੀ ਹਯਾਤੀ। ਧੂਣੀ ਦਾ ਵੀ ਨਾ ਬਣ ਸਕਿਆ, ਨਾ ਹੀ ਆਪਣਾ ਬਣਿਆ। ਆਪਣੀ ਧੂਈਦਾਰ ਫਕੀਰ ਦੀ ਹਸਤੀ ਨੂੰ ਸਾਂਭੀ ਰੱਖਿਆ ਤੇ ਧੂਣੀ ਉਸ ਨੂੰ ਵਾਹ ਹੀ ਜਾਪੀ ਹਮੇਸ਼। ਵਾਹ ਨੂੰ ਥਾਂ ਦੀ ਲੋੜ ਹੀ ਨਹੀਂ ਹੁੰਦੀ। ਵਾਹ ਤਾਂ ਸਾਹ ਹੋਈ ਹਰ ਚੀਜ਼ ਦੇ ਅੰਦਰ ਬਾਹਰ। ਵਾਹ ਖਲੋ ਕੇ ਵੱਖ ਕਰ ਨਹੀਂ ਪਾਉਂਦੀ। ਵਾਹ ਵਾਂਗ ਹੀ ਧੂਣੀ ਉੱਡ ਪੁੱਡ ਗਈ ਤੇ ਫਕੀਰ ਉੱਥੇ ਦਾ ਉੱਥੇ। ਧੂਣੀ ਅੰਦਰ ਨਾਬਰੀ ਦੇ ਮੱਚੇ ਮੱਚ ਨੂੰ ਸੰਗ ਮਿਲਿਆ ਗਦਰੀ ਦਾ, ਤਾਂ ਉਸ ਜਾਨ ਵਾਰ ਦਿੱਤੀ ਉਸ ਤੋਂ। ਗਦਰ ਲਹਿਰ ਚੱਲੀ ਹਿੰਦੁਸਤਾਨ ਵਿੱਚ ਅੰਗਰੇਜ਼ ਤੋਂ ਆਜ਼ਾਦੀ ਲਈ। ਹਿੰਦੁਸਤਾਨ ਦੇ ਵਾਸੀਆਂ ਨੂੰ ਟੁੱਕਰ ਕਮਾਵਣ ਕੀਤੇ ਦੇਸੋਂ ਪਰਦੇਸ ਹੋ ਕੇ ਸਮਝ ਲੱਗੀ, ਜੋ ਅੰਗਰੇਜ਼ ਕੀ ਪਿਆ ਕਰਦਾ ਏ ਇੱਥੇ। ਇਤਨਾ ਅੰਨ ਉਗਾਵਣ ਵਾਲੀ ਧਰਤੀ ਤੇ ਰਿਜ਼ਕ ਦੀ ਥੋੜ ਦਾ ਕਾਰਨ ਕੀ ਹੈ। ਆਪਣੇ ਮੁਲਕ ਵਿੱਚ ਸਭ ਹੁੰਦਿਆਂ ਵੀ ਕਿਉਂ ਸਾਨੂੰ ਢਿੱਡ ਭਰਨ ਦਾ ਬੰਦੋਬਸਤ ਕਰਨ ਲਈ ਆਪਣਿਆਂ ਦੀ ਦੂਰੀ ਸਹਿਣੀ ਪਈ ਪੈਂਦੀ ਏ। ਹਿੰਦ ਵਾਸੀਆਂ ਦੀ ਕਰਨੀ ਜਮ੍ਹਾਂ ਜੋੜ ਕੇ ਕਿਵੇਂ ਅੰਗਰੇਜ਼ ਆਪਣੇ ਮੁਲਕ ਵਿੱਚ ਕਾਰਖਾਨੇ ਪਿਆ ਲਾਉਂਦਾ ਏ ਤੇ ਧਨ ਪਿਆ ਕਮਾਉਂਦਾ ਏ ਸਾਰੀ ਦੁਨੀਆ ਤੋਂ। ਪਰ ਹਾਕਮ ਸਿਆਣੇ ਹੁੰਦੇ ਨੇ, ਉਹਨਾਂ ਨੂੰ ਵੇਲਿਓਂ ਪਹਿਲੋਂ ਸੂਹ ਲੱਗ ਗਈ, ਜੋ ਗਦਰੀ ਕੀ ਮਤਾ ਪਕਾ ਕੇ ਪਏ ਪਰਤਦੇ ਨੇ ਮੁਲਕ ਵੱਲ। ਸੋ ਹਿੰਦੁਸਤਾਨ ਆਉਂਦਿਆਂ ਹੀ ਸਾਰੇ ਗਦਰੀ ਫੜ ਲਏ ਗਏ। ਕੁਝ ਥਾਂ ਮਾਰ ਦਿੱਤੇ, ਕੁਝ ਜੇਲ੍ਹ ਪਾਏ, ਕੁਝ ਨੱਸ ਗਏ। ਨੱਸਣ ਵਾਲਿਆਂ ਵਿੱਚੋਂ ਇੱਕ ਨਾਬਰ ਧੂਣੀ ਨੂੰ ਆ ਮਿਲਿਆ। ਆਪਣੀ ਹੱਡ ਵਾਪਰੀ ਸੁਣਾ ਕੇ ਪਨਾਹ ਮੰਗੀ। ਧੂਣੀ ਉਸ ਨੂੰ ਲੈ ਕੇ ਫਕੀਰ ਕੋਲ ਆਈ ਤਾਂ ਫਕੀਰ ਨੂੰ ਆਪਣਾ ਤਾਇਆ ਚੇਤੇ ਆਇਆ, ਜੋ 60 ਵਰ੍ਹੇ ਪਹਿਲੋਂ ਦਾ ਨਾਬਰ ਹਾਂ। ਪਰ ਫਕੀਰ ਵਿੱਚ ਇਸ ਦੀ ਰੱਤਾ ਚਿਣਗ ਨਾ ਸੀ। ਗੁਲਾਮੀ ਤਾਂ ਵਿਰਸੇ ਵਿੱਚ ਲੱਭੀ ਇੱਥੋਂ ਦੇ ਵਸਨੀਕਾਂ ਨੂੰ, ਪਰ ਨਾਲ ਨਾਬਰੀ ਵੀ ਅੰਦਰੇ ਅੰਦਰ ਪਈ ਤੁਖੀ। ਉਤਲਾ ਤੇ ਵਿਚੋਲਾ ਮੇਲ ਹਾਕਮਾਂ ਨਾਲ ਸੀ ਆਪਣੇ ਲਾਹੇ ਪਾਰੋਂ, ਪਰ ਹੇਠਲਾ ਮੇਲ ਸਾਰਾ ਨਾਬਰ ਸੀ ਇਸ ਗੁਲਾਮ ਜੀਵਨ ਦਾ। ਧੂਣੀ ਦੇ ਨਾਲ ਆਏ ਗਦਰੀ ਦੇ ਪਿੱਛੇ ਪੁਲਿਸ ਸੀ, ਸੋ ਇਹਨਾਂ ਦੇ ਗੱਲਾਂ ਕਰੇਂਦਿਆਂ ਹੀ ਪੁਲਿਸ ਸਿਰ 'ਤੇ ਆਣ ਖਲੋਤੀ। ਧੂਣੀ ਗਦਰੀ ਨੂੰ ਫਕੀਰ ਦੀ ਝੁੱਗੀ ਅੰਦਰ ਲੁਕਾਇਆ ਤੇ ਪੁਲਿਸ ਨਾਲ ਸਿੱਧੀ ਹੋ ਗਈ। ਉਹਨਾਂ ਝੁੱਗੀ ਦਾ ਬੂਹਾ ਭੰਨ ਜਣੇ ਨੂੰ ਬਾਹਰ ਕੱਢ ਲਿਆ। ਧੂਣੀ ਹਿੰਮਤ ਨਹੀਂ ਹਾਰੀ ਤੇ ਅਜੇ ਵੀ ਉਸ ਯਤਨ ਕੀਤਾ ਕਿ ਗਦਰੀ ਨੂੰ ਨਸਾ ਦੇਵੇ, ਪਰ ਪੁਲਿਸ ਵਾਲਿਆਂ ਉਹਨਾਂ ਦੋਹਾਂ ਨੂੰ ਬੰਨ੍ਹ ਖੜਿਆ। ਇਸ ਸਾਰੀ ਵਾਪਰੀ ਵਿੱਚ ਫਕੀਰ ਚੁੱਪ ਖਲੋਤਾ ਏ। ਉਸ ਅੱਗੇ ਵੱਧ ਕੋਈ ਮਦਦ ਨਾ ਕੀਤੀ। ਜਣਾ ਓਪਰਾ ਸੀ,
ਪਰ ਧੂਣੀ ਤੇ ਆਪਣੀ ਸੀ ਨਾ ਫਕੀਰ ਦੀ, ਜਿਸ ਸਾਰੀ ਹਯਾਤੀ ਫਕੀਰ ਨਾਲ ਸੰਗ ਪਾਰੂ ਲੋਕ ਦੇ ਮਿਹਣੇ ਸੁਣੇ। ਮੁੰਨੀ ਪੁੱਛਿਆ ਕਿ ਜਦੋਂ ਘੋੜੇ 'ਤੇ ਰੱਖਿਆ ਧੂਣੀ ਨੂੰ ਤਾਂ ਤੂੰ ਕੀ ਕੀਤਾ? ਵੇਖੋ ਫਕੀਰ ਕੀ ਕਹਿੰਦਾ। ਫਕੀਰ, ਜਿਵੇਂ ਗਡੀਜ ਗਿਉਮ ਉਹ ਟੁਰ ਗਏ, ਸਾਰਾ ਪਾਰ ਮੈਂ ਗੁੰਮ ਸੁੰਮ ਓਵੇਂ। ਮੁੰਨੀ ਵੀ ਯਾਦ ਕਰੇਂਦੀ ਏ ਧੂਣੀ ਦਾ ਜਾਵਣ ਕਿ 5 ਵਰੇ ਪਹਿਲੋਂ ਦੀ ਗੱਲ ਏ। ਮੈਂ ਵੀ ਪੱਠੀ 'ਤੇ ਬੈਠੀ ਸਾਂ ਨਾਨੀ ਦੇ ਨਾਲ ਹੀ, ਅਤੇ ਕੋਈ ਸੁੱਕਾ ਸੜਿਆ ਭੁੱਖ ਦਾ ਮਾਰਿਆ ਜਣਾ ਆਇਆ ਏ। ਨਾਨੀ ਉਸ ਨਾਲ ਕੋਈ ਗੱਲ ਕਰਕੇ ਮੁੰਨੀ ਨੂੰ ਪੱਠੀ 'ਤੇ ਛੱਡ ਨਿਕਲ ਗਈ ਏ। ਮੁੰਨੀ ਵੀ ਅਚੰਭਾ ਏ ਜੋ ਫਕੀਰ ਨਾਲ ਸੁਰ ਸਾਰੇ ਇਹਦੀ, ਪਰ ਇਸ ਜਣੇ ਨਾਲ ਮਿਲ ਕੇ ਨਾਨੀ ਦਾ ਰੰਗ ਹੋਰ ਹੀ ਹੋ ਗਿਆ ਏ। ਲੱਗਦਾ ਏ ਧੂਣੀ ਨੂੰ ਸਾਰੀ ਖਬਰ ਆਹੀ ਗਦਰ ਪਾਰਟੀ ਦੀ, ਅਤੇ ਜੋ ਉਹਨਾਂ ਨਾਲ ਹੋਈ ਉਸ ਦੀ ਵੀ। ਧੂਣੀ ਪੱਠੀ ਬੈਠੀ ਵੀ ਅੰਦਰੋਂ ਅੰਦਰ ਗਦਰੀਆਂ ਦਾ ਸੰਗ ਆਹੀ, ਅਤੇ ਜਿੱਥੇ ਉਹਦਾ ਵਾਹ ਲੱਗਾ ਉਸ ਹੱਥ ਪਵਾਇਆ। ਮੁੰਨੀ ਹੋਰ ਗੱਲ ਵੀ ਚਿਤਾਰਦੀ ਏ ਜੋ ਨਾਨੀ ਨੇ ਫਕੀਰ ਨੂੰ ਦਸਾਵਣ ਤੋਂ ਮਨਾ ਕੀਤਾ ਸੀ, ਪਰ ਫਕੀਰ ਦੇ ਮਿੰਨਤ ਕਰਨ 'ਤੇ ਦੱਸਦੀ ਏ। ਮੁੰਨੀ, ਉਸ ਵੇਲੇ ਤਾਂ ਵਰਜਿਆ ਹਾਸ, ਸੁਣਦਾ ਹੈ ਤਾਂ ਸੁਣ ਘਿਨ। ਆਧੀਏ, ਮੈਂ ਹਾਬ ਪਈ ਵੇਹਨੀ ਆ ਮੁੰਨੀਏ, ਜਿੱਥਾਂ ਫਕੀਰ ਤਰੇਂਦਾ ਏ ਧੂਈ, ਉੱਥਾਂ ਸੰਮੀ ਉਗ ਖਲੀ ਏ ਮਿੰਡੇ ਵੇਂਦਿਆਂ। ਜਿਵੇਂ ਸਪਣੀ ਨਹੀਂ, ਧੁਰ ਧਰਤੀ ਵਿੱਚੋਂ ਨਿਕਲ ਸਿੱਧੀ ਖਲੋ ਗਈ। ਜੀਵਰ ਛੋਰੀ ਆਈਆਂ ਨੇ ਸੰਮੀ ਘੇਰ ਨਚੇਂਦੀਆਂ, ਸੰਮੀ ਦੇ ਤਨ ਵਿੱਚੋਂ ਪੱਗਰਦੇ ਨੇ ਅੱਗ ਦੇ ਤਰੁਪਕੇ। ਨੱਚ ਨੱਚ ਛੋਰਾਂ ਤਲੀ ਤੇ ਚਾਵਣ, ਉਹਨਾਂ ਦੇ ਤਨ ਵਿੱਚੋਂ ਵੀ ਅੱਗ ਪੱਗਰਦੀ, ਜਿਵੇਂ ਕੁੱਲ ਜਹਾਨ 'ਤੇ ਧੁੰਮ ਗਈ ਏ। ਭਾ ਦਾ ਸਾਵਣ ਲੱਗਾ ਏ ਤੋੜੋ ਤੋੜ, ਨੱਚਦੀਆਂ ਕੁੜੀਆਂ ਸੰਮੀ ਨਾਲ ਪਲੰਮ ਕੇ ਵਾਰੋ ਵਾਰ ਨਹਾਉਂਦੀਆਂ ਨੇ ਪਈਆਂ। ਮੁੰਨੀ ਦੀ ਗੱਲ ਸੁਣਦਾ ਸੁਣਦਾ ਫਕੀਰ ਸੌਂ ਗਿਆ ਏ, ਅਤੇ ਉਹ ਟੁਰ ਜਾਂਦੀ ਏ ਕਿ ਤੂੰ ਆਰਾਮ ਕਰ, ਫੇਰ ਆ ਕੇ ਅੱਗੋਂ ਸੁਣਾਵਸਾਂ। ਧੂਣੀ ਦਾ ਸਪਨਾ ਨਵਾਂ ਜਹਾਨ ਵਿਖਾਉਂਦਾ ਏ। ਧੂਈ ਦੀ ਜਾ, ਸੰਮੀ ਦਾ ਉਗਣ, ਸੰਮੀ ਦਾ ਸਪਨੀ ਬਣ ਦਿਸਣ, ਕੁੜੀਆਂ ਦਾ ਨਾਚ, ਅਤੇ ਸੰਮੀ ਦਾ ਅੱਗ ਝੜਨ, ਭਾ ਦਾ ਸਾਵਣ, ਸਭ ਅਚਰਜ ਰਮਜ਼ਾਂ ਨੇ। ਫਕੀਰ ਦਾ ਸੁਪਨਾ ਹੋਰ ਏ, ਉਸ ਨੂੰ ਆਪਣਾ ਆਪ ਸੁੱਕਾ ਜੰਡ ਬਣਿਆ ਦਿਸਿਆ ਏ। ਥਾਂ ਉਹੀ ਏ ਜਿੱਥੇ ਧੂਈ ਮੇਲਦਾ ਏ। ਧੂਣੀ ਦਾ ਸਪਨਾ ਉਸ ਦੀ ਕਰਨੀ ਏ, ਅਤੇ ਫਕੀਰ ਦਾ ਸਪਨਾ ਉਸ ਦੀ ਕਰਨੀ। ਸੁਪਨੇ ਕੋਈ ਅਸਮਾਨੋਂ 'ਤੇ ਨਹੀਂ ਲੈਂਦੇ, ਸਾਡੀ ਰੋਜ਼ ਦੀ ਕਰਨੀ ਜਰਨੀ ਵਿੱਚੋਂ ਹੀ ਪੁੰਗਰਦੇ ਨੇ। ਸੁਚੇਤ ਅਸੀਂ ਅੱਖੀਆਂ ਖੋਲ੍ਹਣਾ ਵੇਖੀਏ ਤਾਂ ਅਚੇਤ ਸੁਪਨਾ ਬਣ ਕੇ ਆ ਦਸੇਂਦਾ ਏ। ਜਦ ਕਰਨੀ ਦਾ ਵੇਲਾ ਆ, ਤਦੋਂ ਤੇ ਫਕੀਰ ਗਡੀਜ ਗਿਆ, ਅਤੇ ਉਸ ਦੀਆਂ ਅੱਖੀਆਂ ਦੇ ਸਾਹਮਣੇ ਗਦਰੀ ਤੇ ਧੂਣੀ ਨੂੰ ਪੁਲਿਸ ਲੈ ਗਈ। ਉਸ ਵੇਲੇ ਆਰ ਨਾ ਕਰਨ ਦਾ ਹਿਰਖ ਏ ਫਕੀਰ ਅੰਦਰ, ਜਿਸ ਨੂੰ ਸੁਚੇਤ ਤੇ ਉਹ ਨਹੀਂ ਮੰਨਦਾ, ਪਰ ਸੁਪਨਾ ਬਣ ਅਚੇਤ ਉਸ ਨੂੰ ਡਰਾਉਂਦਾ ਏ। ਧੂਣੀ ਦੇ ਹੁੰਦਿਆਂ ਡਰਦਾ ਨਹੀਂ ਸੀ, ਧੂਣੀ ਦੇ ਪਿੱਛੋਂ ਕਿਉਂ ਡਰਨ ਲੱਗਾ? ਧੂਣੀ ਦਾ ਸੁਫਨਾ ਉਸ ਦੇ ਕੰਮ ਨਾਲ ਹੀ ਜੁੜਿਆ ਹੋਇਆ ਏ। ਜੋ ਮੱਚ ਸੀ ਧੂਣੀ ਦੇ ਅੰਦਰ, ਉਹ ਅੱਗ ਬਣ ਵਰ ਪਿਆ ਏ, ਅਤੇ ਧੂਣੀ ਦਾ ਸੰਗ ਨੇ ਹੁਣ ਸਭ ਕੁੜੀਆਂ। ਅੱਗ ਵਿੱਚ ਨਹਾਉਂਦੀਆਂ ਕੁੜੀਆਂ ਆਪ ਵੀ ਅੱਗ ਹੀ ਨੇ ਹੁਣ, ਅਣਠੱਲੀ। ਅੱਗ ਸਾੜਨ ਦੀ ਰਮਜ਼ ਏ, ਮੁਕਾਵਣ ਦੀ, ਜੜੋਂ ਪੁੱਟ ਸਵਾਹ ਕਰਨ ਦੀ। ਖੇਤ ਵਿੱਚੋਂ ਫਸਲ ਵੱਢ ਕੇ ਨਵੀਂ ਬਿਜਾਈ ਤੋਂ ਪਹਿਲੋਂ ਜੋ ਪਹਿਲਾ ਰਹਿੰਦ ਖੂੰਹਦ ਹੁੰਦਾ ਏ, ਉਸ ਨੂੰ ਮੁਕਾਵਣ ਕੀਤੇ ਪੈਲੀ ਵਿੱਚ ਅੱਗ ਲਾਈ ਜਾਂਦੀ ਹੈ। ਨਾਬਰੀ, ਵੇਰ
ਅੱਗ ਹੀ ਹੈ ਅੰਦਰਾਂ ਵਿੱਚ ਲੁਕੀ, ਜੋ ਜੀਵਨ ਦਾਨ ਦੀ ਮੰਗ ਕਰੇਂਦੀ ਏ। ਜਿਸ ਦਾਨ ਕੀਤਾ ਆਪਣਾ ਤਨ ਮਨ, ਉਹ ਧੂਣੀ ਹੈ। ਆਪਣਾ ਆਪ ਵਾਰ ਕੇ ਮੁਕਾ ਕੇ ਧੂਣੀ ਜਿਉਂ ਪਈਏ ਸਦਾ ਦਾ ਜੀਵਨ। ਫਕੀਰ ਆਪਣਾ ਆਪ ਉਸ ਪਲ ਬਚਾ ਲਿਆ, ਪਰ ਮਰ ਮੁੱਕ ਗਿਆ। ਉਂਝ ਮਰ ਤਾਂ ਉਹ 5 ਵਰ੍ਹੇ ਪਹਿਲੋਂ ਹੀ ਗਿਆ ਸੀ, ਜਦ ਕਡੀਜਾ ਤੇ ਧੂਣੀ ਦੇ ਨਾਲ ਨਾ ਖਲੋਤਾ। ਖਬਰੇ ਸੁਰਤ ਹੁਣ ਆਈ ਸੂ 5 ਵਰ੍ਹੇ ਮਗਰੋਂ, ਜੋ ਜੀਵਦਾ ਹੀ ਨਹੀਂ। ਮੈਂ ਤਾਂ ਮੋਇਆ ਜੀਵਨ ਪਿਆ ਹੰਡਾਉਂਦਾ ਹਾਂ, ਸੁੱਕਾ ਬੰਜਰ ਵਰਾਨ। ਮੁੰਨੀ ਦੇ ਜਾਵਣ ਪਿੱਛੋਂ ਫਕੀਰ ਸੁਪਨੇ ਵਿੱਚ ਵੇਖਦਾ ਏ, ਜੀਵਰ ਛੋਹਰੀ ਆਈਆਂ ਨੇ, ਵਿੱਚ ਮੁੰਨੀ ਏ ਕਿ ਖਬਰੇ ਧੂਣੀ ਧੂਈ ਮੇਲਣ ਦੀ ਥਾਵੇਂ ਸੰਮੀ ਸਪਨੀ ਵਾਂਗ ਉੱਗ ਖਲੋਤੀ ਏ। ਨੱਚਦੀਆਂ ਗਾਉਂਦੀਆਂ ਧੂਣੀ ਸੰਮੀ ਵੀ ਇੱਕ ਹੋਈਆਂ ਨੇ, ਗਾਉਂਦੀਆਂ ਨੇ। ਅੱਜ ਮਿਲਨੇ ਨੀ ਵਾਰ, ਅੱਜ ਮਿਲਨੇ ਦੀ ਵਾਰ, ਨੀ ਆਈਆਂ ਭਲਾ ਕੌਣ ਸੰਮੀਏ। ਘੋੜੇ ਨਾ ਅਸਵਾਰ, ਨੀ ਆਈਆਂ ਭਲਾ ਕੌਣ ਸੰਮੀਏ। ਚਿੱਤ ਵੀ ਤੂੰ, ਮਿੱਤ ਵੀ ਤੂੰ, ਤੈਨੂੰ ਨਹੀਂ ਸਾਡੜੀ ਸਾਰ, ਨੀ ਆਈਆਂ ਭਲਾ ਕੌਣ ਸੰਮੀਏ। ਤਾ ਵੀ ਤੂੰ, ਨਿੱਘ ਵੀ ਤੂੰ ਹੈ ਮਨ ਠਾਰ, ਨੀ ਆਈਆਂ ਭਲਾ ਕੌਣ ਸੰਮੀਏ। ਤੈਨੂੰ ਮਿਲੀਆਂ ਧਰਤ ਨੂੰ ਮਿਲੀਆਂ, ਮਿਲੀਆਂ ਸਮੰਦਰ ਯਾਰ, ਨੀ ਆਈਆਂ ਭਲਾ ਕੌਣ ਸੰਮੀਏ। ਤੈਨੂੰ ਮਿਲੀਆਂ ਸੂਰਜ ਨੂੰ ਮਿਲੀਆਂ, ਤੂੰ ਸੁਰਜਨ ਵਿਚਕਾਰ, ਨੀ ਆਈਆਂ ਭਲਾ ਕੌਣ ਸੰਮੀਏ। ਤਾਰੇ ਚਿਣਗਾਂ ਕਣੀਆਂ ਤੇਰੀਆਂ, ਅੰਮ੍ਰਿਤ ਇਸ਼ਕ ਫੁਹਾਰ, ਨੀ ਆਈਆਂ ਭਲਾ ਕੌਣ ਸੰਮੀਏ। ਮੰਨੇ ਤਗਾਣ ਨਾ ਖੋਟ ਸਹਾਰੇ, ਫੂਕੇ ਕੂੜ ਬਾਜ਼ਾਰ, ਨੀ ਆਈਆਂ ਭਲਾ ਕੌਣ ਸੰਮੀਏ। ਵੇਖੇ ਕਿਲੇ ਨਾ ਸੁਣੇ ਨਕਾਰੇ, ਕਹੇ ਤੇ ਕਰ ਜਾਏ ਛਾਰ, ਨੀ ਆਈਆਂ ਭਲਾ ਕੌਣ ਸੰਮੀਏ। ਆਈਆਂ ਤੈਂਡੇ ਰੰਗ ਰੰਗੀਚਣ, ਆਈਆਂ ਤੈਂਡੇ ਰੰਗ ਰੰਗੀਚਣ, ਤਜ ਵੇੜੇ ਘਰ ਬਾਰ, ਨੀ ਆਈਆਂ ਭਲਾ ਕੌਣ ਸੰਮੀਏ। ਜੀਵਨ ਮੇਲ ਹੈ, ਵੇਖੋ ਕੌਣ ਮਿਲਣ ਆਈਆਂ ਨੇ। ਇਹ ਕੌਣ ਨੇ ਸਾਰੀਆਂ, ਬੇਨਾਂ ਬੇਨਿਸ਼ਾਨ ਕੌਣਾ ਬਣ ਆਈਆਂ ਨੇ। ਸੰਮੀ ਉਹਨਾਂ ਵਰਗੀ ਏ, ਪਲ ਪਲ ਆਪਣਾ ਆਪ ਸਾੜ ਬਾਲ ਕੇ ਚਾਨਣ ਦੇਂਦੀ, ਨਿੱਘ ਦੇਂਦੀ। ਅੱਜ ਐਸ ਸੰਮੀ ਨੂੰ ਮਿਲਣ ਕੀਤਿਆਂ ਜੁੜੀਆਂ ਨੇ ਸਾਰੀਆਂ। ਸੰਮੀ ਦਾ ਗਾਵਣ ਗਾ ਉਸ ਨਾਲ ਆਪਣੀ ਪ੍ਰੀਤ ਸਾਂਝੀ ਕਰਦੀਆਂ, ਦੱਸਦੀਆਂ ਨੇ, ਤੂੰ ਹੀ ਸਾਡਾ ਚਿੱਤ ਚੇਤਾ ਏ, ਤੂੰ ਹੀ ਸਜਨ ਏ ਸਾਡੀ। ਕੀ ਜਾਣਦੀ ਨਹੀਂ ਹੂੰ ਅੱਜ ਕੌਣ ਆਈਆਂ ਨੇ। ਤੇਰੇ ਸੇਕ 'ਤੇ ਅੰਨ ਪੱਕਦਾ ਏ, ਤੇ ਸੀਤ ਜੀਵਨ ਵਿੱਚ ਨਿੱਘਾ ਸੇਕ ਤੇਰਾ ਏ। ਤੂੰ ਮਨ ਠਾਰ ਵੀ ਏ, ਤੈਨੂੰ ਮਿਲ ਕੇ ਲੱਗਾ ਧਰਤ ਤੇ ਪਾਣੀ ਨੂੰ ਮਿਲੀਆਂ ਹਾਂ। ਤੂੰ ਮਿੱਟੀ ਵਿੱਚੋਂ ਉੱਗ ਕੇ ਮਿੱਟੀ ਵਿਸਾਰੀ ਨਹੀਂ, ਜੜ੍ਹਾਂ ਰਾਹੀਂ ਸੰਗ ਏ ਤੇਰਾ ਮਿੱਟੀ ਨਾਲ, ਤੇ ਮਿੱਟੀ ਦੇ ਵਿੱਚ ਲੁਕੇ ਪਾਣੀ ਨਾਲ ਵੀ। ਸੰਮੀਏ ਤੈਨੂੰ ਮਿਲੀਆਂ ਤਾਂ ਜਾਪਿਆ ਜਿਵੇਂ ਸੂਰਜ ਨੂੰ ਮਿਲ ਪਈਆਂ ਅੱਜ। ਤੂੰ ਵਿਚਕਾਰ ਏ ਸਾਡੇ, ਤੇਰੀ ਬਲਦੀ ਅੱਗ ਦੀਆਂ ਚਿੰਗਾਰੀਆਂ ਕਣੀਆਂ ਬਣ ਵਰ ਪਈਆਂ ਨੇ। ਇਹ ਇਸ਼ਕ ਅੰਮ੍ਰਿਤ ਦੀ ਫੁਹਾਰ ਏ, ਜੋ ਤੂੰ ਦਾਨ ਪਈ ਕਰੇਨੀ ਏ। ਜ਼ੋਰਾਵਰੀ ਤੇ ਰਲਾ ਤੈਨੂੰ ਵਾਰੇ ਨਹੀਂ, ਝੂਠ ਤੇ ਭਰੇ ਬਾਜ਼ਾਰ ਸਾੜ ਸਵਾਹ ਕਰਨੀ ਏ ਤੂੰ। ਵੱਡੇ ਵੱਡੇ ਕਿਲੇ ਤੇ ਉਹਨਾਂ ਕਿਲਿਆਂ ਵਿੱਚ ਵੱਜਦੇ ਨਕਾਰੇ ਤੈਨੂੰ ਦਬਾ ਨਹੀਂ ਸਕਦੇ। ਤੂੰ ਬਸ ਛੋ ਜਾਵੇਂ ਤੇ ਛਾਨਣੀ ਕਰਦਾ ਏ ਸਭ। ਅਸਾਂ ਇਸੇ ਪਾਰੋਂ ਤੈਨੂੰ ਕੌਣ ਬਣ ਮਿਲਣ ਆਈਆਂ ਹਾਂ, ਤੇਰੇ ਰੰਗ ਰੰਗਣ।
ਘਰ ਬਾਰ ਵਿਹੜੇ ਜਿਨ੍ਹਾਂ ਸਾਨੂੰ ਡੱਕਿਆ ਏ ਵਲਗਣਾ ਪੱਕੀਆਂ ਅੰਦਰ, ਉਹ ਸਭ ਤੱਜ ਆਈਆਂ ਹਾਂ। ਹੁਣ ਤੂੰ ਸਾਨੂੰ ਆਪਣਾ ਰੰਗ ਚਾੜ, ਅਸਾਂ ਕੌਣ ਹੋ ਤੇਰੇ ਮਿਲਣ ਕੀਤੇ ਆਈਆਂ ਹਾਂ। ਮਿੱਟੀ ਪਾਣੀ ਅੱਗ ਦਾ ਮੇਲ ਹੈ, ਕੁੱਲ ਜੀਆ ਜੂਨ, ਕੁੱਲ ਕਾਇਨਾਤ ਦਾ ਖਲਾਰ ਪਸਾਰ। ਕੁੜੀਆਂ ਦਾ ਸੰਮੀ ਤੇ ਧੂਣੀ ਨਾਲ ਰਲ ਨੱਚਣ, ਗਾਵਣ ਸਿਖਰ 'ਤੇ ਪੁੱਜਾ ਏ। ਭਾ ਦਾ ਦਰਿਆ ਚੜ੍ਹ ਪਿਆ ਏ, ਫਕੀਰ ਦੀ ਝੁੱਗੀ ਰੁੜ ਗਈ ਏ। ਫਕੀਰ ਜੋ ਵੱਖ ਹਸਤੀ ਵੱਖ ਪਛਾਣ ਬਣਾ ਕੇ ਵੱਖ ਥਾਂ ਮਲ ਕੇ ਬੈਠਾ ਸੀ, ਉਸ ਨੂੰ ਸਾਂਝੀ ਪਛਾਣ ਸਾੜ ਕੇ ਰੋੜ ਕੇ ਆਪਣੇ ਵਿੱਚ ਰਲਾ ਲਿਆ ਏ। ਵੱਖਰੀ ਝੁੱਗੀ ਹੀ ਪੁਆੜਾ ਸੀ, ਧੂਣੀ ਦੇ ਮਚਾਏ ਮੱਚ ਸਭ ਸਾੜ ਫਨਾ ਕੀਤਾ ਏ। ਜੋ ਫਕੀਰ ਆਪਣਾ ਮੱਚ ਬਣਾ ਕੇ ਬੈਠਾ ਸੀ, ਉਹ ਅੰਦਰੋਂ ਜਾਣੇ ਕਦ ਦਾ ਬੁਝਿਆ ਹੋਇਆ ਹਾ। ਰਾਤ ਲੰਘ ਗਈ ਏ, ਸਵੇਰੇ ਮੁੰਨੀ ਆਈ ਏ ਤਾਂ ਫਕੀਰ ਉਵੇਂ ਹੀ ਬੈਠਾ ਏ ਜਿਵੇਂ ਮੁੰਨੀ ਛੱਡ ਕੇ ਗਈ ਸੀ। ਮੋਢਾ ਹਿਲਾਇਆ ਤਾਂ ਫਕੀਰ ਅੱਗੇ ਜਿਉਂਦਾ ਨਾ ਲੱਭਾ। ਉਸ ਫੜ ਲਟਾਇਆ ਅਤੇ ਨਾਲ ਆਪਣੇ ਆਪ ਨੂੰ ਆਖਣ ਲੱਗੀ, ਜੋ ਨਾਨੀ ਤਾਂ ਮਨ੍ਹਾ ਕੀਤਾ ਸੀ ਕਿ ਫਕੀਰ ਨੂੰ ਇਹ ਸੁਪਨਾ ਨਹੀਂ ਸੁਣਾਉਣਾ, ਪਰ ਹੁਣ ਖਬਰੇ ਵੇਲਾ ਆ ਗਿਆ ਸੀ ਸੁਣਾਉਣ ਦਾ। ਫਕੀਰ ਜੋ 3 ਰਾਤਾਂ ਤੋਂ ਆਪਣਾ ਸੁਪਨਾ ਵੇਖਦਾ ਜਾਗਦਾ ਸੀ ਪਿਆ, ਸੁੱਕੇ ਜੰਡ ਬਣਨ ਦਾ, ਉਹ ਸੁਣ ਕੇ ਹੀ ਮੁੰਨੀ ਨੂੰ ਲੱਗਾ ਕਿ ਇਸ ਨੂੰ ਨਾਨੀ ਦਾ ਸੁਪਨਾ ਸੁਣਾ ਦੇਵਾਂ। ਨਾਨੀ ਧੂਣੀ ਦੇ ਜਿਉਂਦਿਆਂ ਤਾਂ ਫਕੀਰ ਨੂੰ ਸੁਰਤ ਮਤ ਆਈ ਕੋਈ ਨਾ। ਮੁੰਨੀ ਆਪਣੇ ਨਾਂ ਵਰਗੀ ਏ, ਸਿਆਣੀ ਦਾਣੀ ਸਮਝਦਾਰ ਗਿਆਨ ਵਾਲੀ ਇਲਮ ਦੀ ਦੇਵੀ। ਧੂਣੀ ਦੀ ਦੱਸੀ ਇੱਕ ਇੱਕ ਗੱਲ ਉਸ ਦੀ ਸਮਝ ਸੋਚ ਦਾ ਹਿੱਸਾ ਏ। ਸੰਮੀ ਸਪਨੀ ਤੇ ਧੂਣੀ ਵਿਚਕਾਰ ਸਾਂਝ ਏ ਅਣਦਿਸਣੀ। ਚੁੱਪ ਰਹਿ ਕੇ ਆਪਣਾ ਕੰਮ ਕਰਨਾ, ਇਹਨਾਂ ਦੇ ਹੋਵਣ ਦਾ ਪਤਾ ਨਹੀਂ ਲੱਗਦਾ ਜਦ ਤਾਈਂ ਆਪਣੀ ਕਰਨੀ 'ਤੇ ਨਾ ਆ ਜਾਵਣ। ਆਪਣੀ ਸਕਤ ਦੀਆਂ ਜਾਣੂ ਨੇ ਅਤੇ ਉਸ ਦੀ ਵਰਤੋਂ ਵੇਲੇ ਸਿਰ ਕਰਨ ਜਾਣਦੀਆਂ ਨੇ। ਅਸਾਂ ਟੁਰੇ ਸਾਂ ਸੰਮੀ ਦੇ ਗਾਵਣ ਤੋਂ, ਅਤੇ ਇਹ ਖਿਆਲ ਆਪਣੇ ਨਾਲ ਖਿਡਾਉਂਦਾ ਵੇਖੋ ਕਿੱਥੇ ਲੈ ਆਇਆ ਏ। ਪਰ ਇੱਕ ਗੱਲ ਸਮਝ ਲੱਗੀ ਏ ਕਿ ਸੰਮੀ ਹੈ ਕੁੜੀ ਹੀ ਜਿਸ ਨੂੰ ਢੋਲਕੀ 'ਤੇ ਗਾਉਂਦੀਆਂ ਨੇ ਰਲ ਕੇ। ਸੰਮੀ ਵਾਂਗ ਇਹਨਾਂ ਸਭਨਾ ਗਾਵਨਹਾਰਾਂ ਅੰਦਰ ਅੱਗ ਲੁਕੀ ਏ, ਗਾਵਣ ਗਾ ਕੇ ਉਸ ਨੂੰ ਚੇਤੇ ਕਰਦੀਆਂ ਨੇ। ਸਪਣੀ ਵਾਂਗ ਜ਼ਹਿਰ ਭਰਿਆ ਏ ਮਨਾਂ ਵਿੱਚ ਨਾਰਾਂ ਦੇ ਆਪਣੇ ਬੰਦੀਵਾਨ ਜੀਵਨ ਪਾਰੋਂ। ਜਿਵੇਂ ਸੰਮੀ ਦੇ ਨਾਂ ਬਦਲ ਕੇ ਉਸ ਨੂੰ ਨਵੇਂ ਲੀੜੇ ਪੁਆ ਕੇ ਵਰਤਿਆ ਜੱਗ ਨੇ, ਤਿਵੇਂ ਨਾਰ ਨਾਲ ਵੀ ਕੀਤਾ। ਪਰ ਨਾਰ ਅੰਦਰ ਮਚਿਆ ਮੱਚ ਅਤੇ ਉਸ ਦੀ ਕਾਵੜ ਦੀ ਵਿਸ ਧੂਣੀ ਵਾਂਗ ਵੇਲੇ ਦੀ ਉਡੀਕ ਵਿੱਚ ਹੈ। ਇਹ ਅੱਗ ਜਿਸ ਪਲ ਵੀ ਅੰਦਰੋਂ ਬਾਹਰ ਆਈ, ਸਭ ਸਾੜ ਫੂਕ ਸਵਾਹ ਕਰਸੀ। ਵੱਖ ਵੱਖ ਉਸਰੀਆਂ ਝੁੱਗੀਆਂ ਢਾਉਂਦਿਆਂ ਸਾੜਦਿਆਂ ਇਸ ਚਿਰ ਨਹੀਂ ਲਾਉਣਾ। ਇਹ ਖਿਆਲ ਸੀ ਸੰਮੀ ਦੀ ਵਾਰ ਨਜਮ ਹੁਸੈਨ ਸੈਯਦ ਦਾ ਲਿਖਿਆ।